ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 22ਵੀਂ ਤੇ ਪਦ 8ਵਾਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵਿਚਾਰ ਜਾ ਰਹੇ ਹਾਂ। ਇਹ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ 'ਤੇ ਇੰਨਾ ਸਿਆਣਾ ਨਹੀਂ ਹੈ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਹੈ ਜਿਹੜਾ ਗੁਰੂ ਮਹਾਰਾਜ ਦੀਆਂ ਰਮਜ਼ਾਂ ਨੂੰ ਸਮਝ ਸਕੇ। ਜਿੰਨੀ ਉਹ ਕਿਰਪਾ ਕਰਦੇ ਹਨ ਓਨਾ ਇਨਸਾਨ ਵਿਚਾਰ ਕਰ ਸਕਦਾ ਹੈ, ਜਿੰਨੀ ਉਹ ਮਿਹਰ ਕਰਦੇ ਹਨ ਓਨਾ ਪ੍ਰਾਣੀ ਬੋਲ ਸਕਦਾ ਹੈ, ਜਿੰਨੀ ਉਹਨਾਂ ਦੀ ਬਖਸ਼ਿਸ਼ ਹੁੰਦੀ ਹੈ ਓਨਾ ਹੀ ਸਿੱਖ ਸੁਣ ਸਕਦਾ ਹੈ। ਗੁਰੂ ਪਿਆਰਿਓ, ਸੁਖਮਣੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਸੁੱਖਾਂ ਦੀ ਬਣੀ, ਸੁੱਖਾਂ ਦਾ ਖਜ਼ਾਨਾ, ਅੰਮ੍ਰਿਤ ਦਾ ਸਾਗਰ। ਸੱਚੇ ਪਾਤਸ਼ਾਹ ਨੇ ਮਿਹਰ ਅਪਾਰ ਕੀਤੀ ਹੈ। ਪ੍ਰਾਣੀ ਇਨਸਾਨ ਚੱਲਣਹਾਰ ਹੈ। ਸਮਾਂ ਜਿਹੜਾ ਇਨਸਾਨ ਨੇ ਬਣਾਇਆ ਹੈ ਆਪਣੀ ਗਤੀ ਨੂੰ ਮਿਣਨ ਦੇ ਲਈ, ਆਪਣੇ ਆਪ ਨੂੰ ਮਾਪਣ ਦੇ ਲਈ, ਉਹ ਵੀ ਚੱਲਣਹਾਰ ਹੈ, ਮੁੱਕਣ ਵਾਲਾ ਹੈ। ਦੂਸਰੇ ਪਾਸੇ ਪ੍ਰਭੂ ਅਮਰ ਹੈ, ਮਰਨ ਤੋਂ ਬਾਹਰ ਹੈ, ਅਟੱਲ ਹੈ, ਹਮੇਸ਼ਾ ਇੱਕ ਤਰ੍ਹਾਂ ਦਾ ਹੈ, ਬਦਲਦਾ ਨਹੀਂ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਮਿਹਰ ਕੀਤੀ ਹੈ ਕਿ ਪ੍ਰਾਣੀ ਨੂੰ ਅਚਲ ਬਣਾਇਆ ਜਾਵੇ, ਅਮਰ ਦੇ ਵਿੱਚ ਢਾਲਿਆ ਜਾਵੇ, ਪ੍ਰਭੂ ਦੇ ਨਾਲ ਜੋੜਿਆ ਜਾਵੇ। ਵਡਮੁੱਲੀ ਵਿਧੀ ਹੈ, ਕਿਰਪਾ ਹੈ, ਅਪਾਰ ਹੈ। ਸੱਚੇ ਪਾਤਸ਼ਾਹ ਨੇ ਸਮੇਂ ਨੂੰ ਮੁੱਢਲੀ ਕਿਰਿਆ, ਛਿਨ ਛਿਨ, ਪਲ ਪਲ, ਇੱਕ ਸਵਾਸ ਕਿੰਨੇ ਸਮੇਂ ਦੇ ਵਿੱਚ ਆਉਂਦਾ ਹੈ, ਇਨਸਾਨ ਕਿੰਨੇ ਸਵਾਸ ਇੱਕ ਘੰਟੇ ਦੇ ਵਿੱਚ ਲੈਂਦਾ ਹੈ, ਫਿਰ ਦਿਨ ਰਾਤ ਦੇ ਵਿੱਚ ਕਿੰਨੇ ਸਵਾਸ ਲੈਂਦਾ ਹੈ। ਸੱਚੇ ਪਾਤਸ਼ਾਹ ਨੇ ਸਮੇਂ ਨੂੰ, ਪ੍ਰਾਣੀ ਨੂੰ ਅਮਰ ਦੇ ਨਾਲ ਤੋਲਿਆ ਹੈ, ਆ ਚੱਲ ਦੇ ਨਾਲ ਸਮੇਲਿਆ ਹੈ। ਆ ਚੱਲ ਬਹੁਤ ਵੱਡਾ ਹੈ, ਸਮਾਂ ਬੜਾ ਛੋਟਾ ਹੈ, ਪ੍ਰਾਣੀ ਬੜਾ ਛੋਟਾ ਹੈ। ਛੋਟੇ ਉੱਤੇ ਵੱਡੇ ਦੀ ਬਖਸ਼ਿਸ਼ ਹੁੰਦੀ ਹੈ, ਵੱਡੇ ਤੋਂ ਟੁੱਟ ਕੇ ਛੋਟਾ ਬਣਦਾ ਹੈ, ਛੋਟਾ ਵੱਡੇ ਦੇ ਵਿੱਚ ਸਮੇਲਿਆ ਜਾ ਸਕਦਾ ਹੈ। ਵੱਡੇ ਨੂੰ ਕੀ ਲੋੜ ਹੈ ਛੋਟੇ ਅੱਗੇ ਫਰਿਆਦ ਕਰੇ। ਉਹ ਮਹਾਨ ਹੈ, ਬਲਵਾਨ ਹੈ, ਵੱਡਾ ਹੈ, ਸ਼ਕਤੀਸ਼ਾਲੀ ਹੈ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਇਨਸਾਨ ਨੂੰ ਪ੍ਰਭੂ ਦਾ ਸਿਮਰਨ ਕਰਨ ਦੇ ਲਈ ਸਵਾਸ ਸਵਾਸ ਸਫਲਾ ਬਣਾਉਣ ਦੀ ਸਲਾਹ ਦਿੱਤੀ ਹੈ। ਹਰ ਪਲ, ਹਰ ਛਿਨ ਉਹਦਾ ਨਾਮ ਸਿਮਰ ਕਰ, ਉਹਨੂੰ ਆਪਣੇ ਦਿਲ ਦੇ ਵਿੱਚ ਵਸਾ ਲੈ ਤੇ ਆਪਣੀ ਜ਼ਿੰਦਗੀ ਦਾ ਮਿਸ਼ਨ ਪ੍ਰਭੂ ਨੂੰ ਪ੍ਰਾਪਤ ਕਰਨ ਦਾ ਨਿਸ਼ਚਾ ਕਰ ਲੈ।
दरअसल तेरा मिशन है ही प्रभु ਨੂੰ ਪ੍ਰਾਪਤ ਕਰਨ ਦਾ। बहुत घुम्मिया है तू प्राणी, बहुत बहुत दूरों आया है तू चल के इस इंसान ਦੀ ਜੂਨੀ ਨੂੰ ਪ੍ਰਾਪਤ ਕਰਨ ਦੇ ਲਈ। ਤੇਰੇ ਉੱਤੇ ਕਿਰਪਾ ਹੋ ਗਈ ਅਕਾਲ ਪੁਰਖ ਦੀ, ਤੈਨੂੰ ਉਹਨੇ ਚੁਣ ਲਿਆ, ਜੀਵਨ ਦੇ ਦਿੱਤਾ ਮਾਨਵ ਦਾ। ਮਾਨਵ ਜੀਵਨ ਪ੍ਰੀਤਮ ਪਿਆਰੇ ਦਾ ਮਾਡਲ ਹੈ, ਉਹਦਾ ਆਪਣਾ ਇਮੇਜ ਹੈ, ਉਹਦਾ ਸ਼ੋਰੂਮ ਹੈ। ਉਹਦੇ ਲਈ ਤੈਨੂੰ ਚੁਣਿਆ ਗਿਆ ਹੈ। ਨੰਬਰ 1, 84 ਲੱਖ ਜੂਨ ਦੇ ਵਿੱਚ ਨੰਬਰ 1 ਜਨਮ ਦੀ ਤੂੰ ਪ੍ਰਾਪਤੀ ਕਰ ਲਈ। ਤੈਨੂੰ ਲੱਖ ਲੱਖ ਵਧਾਈਆਂ। ਪਰ ਪਿਆਰਿਆ, ਤੇਰਾ ਇਦੋਂ ਵੱਡਾ ਮਿਸ਼ਨ ਹੋਰ ਹੈ। 84 ਲੱਖ ਜੂਨੀ ਚੋਂ ਨਿਕਲਣਾ, ਸਮਾਪਤੀ ਕਰਨੀ ਤੇ ਸਦੀਵੀ ਬਣ ਜਾਣਾ, ਅਮਰ ਬਣ ਜਾਣਾ, ਆ ਚੱਲ ਬਣ ਜਾਣਾ। ਇਹ ਤੇਰੇ ਕੋਲ ਮੌਕਾ ਹੈ ਕਿ ਤੂੰ ਗੁਰੂ ਮਹਾਰਾਜ ਦੀ ਸਲਾਹ ਮੰਨ ਕੇ ਆਪਣੇ ਸਵਾਸਾਂ ਨੂੰ ਸਫਲਾ ਬਣਾਵੇਂ। ਹਰ ਸਵਾਸ ਦੇ ਨਾਲ ਵਾਹਿਗੁਰੂ ਨੂੰ ਯਾਦ ਕਰੇ। 24,000 ਸਵਾਸ ਤੂੰ ਦਿਨ ਰਾਤ ਦੇ ਵਿੱਚ ਲੈਂਦਾ ਹੈ। 3 ਘੜੀਆਂ ਨੂੰ ਮਿਲਾ ਕੇ ਪਹਿਰ ਬਣਦਾ ਹੈ। ਸੱਚੇ ਪਾਤਸ਼ਾਹ ਨੇ ਸੁਖਮਣੀ ਸਾਹਿਬ ਦੀ ਰਚਨਾ ਕਰਕੇ ਤੈਨੂੰ ਬਹੁਤ ਸੌਖਾ ਤਰੀਕਾ ਸਮਝਾਇਆ ਹੈ। 24 ਅਸ਼ਟਪਦੀਆਂ ਦੇ ਵਿੱਚ ਪਾਤਸ਼ਾਹ ਨੇ 24,000 ਅੱਖਰ ਵਰਤੇ ਹਨ। ਤੂੰ 24,000 ਸਵਾਸ 24 ਘੰਟਿਆਂ ਵਿੱਚ ਲੈਂਦਾ ਹੈ। 3 ਘੰਟਿਆਂ ਦਾ ਇੱਕ ਪਹਿਰ ਬਣਦਾ ਹੈ। ਸੱਚੇ ਪਾਤਸ਼ਾਹ ਨੇ ਇੱਕ ਅਸ਼ਟਪਦੀ ਨੂੰ 8 ਭਾਗਾਂ ਦੇ ਵਿੱਚ ਵੰਡਿਆ ਹੈ। 8 ਪਦ ਬਣਾਏ ਹਨ। ਤੇਰੇ ਲਈ ਗੁਰਬਾਣੀ ਨੂੰ ਵਿਚਾਰਨਾ, ਰਿਸਾਈਟ ਕਰਨਾ ਤੇਰਾ ਮੁੱਖ ਜਾਂ ਕਰਤੱਵਿਆ ਹੈ। ਦਿਨ ਰਾਤ ਹਰ ਰੋਜ਼ ਆਪਣੇ ਆਪ ਨੂੰ ਬਦਲ ਲੈ, ਗੁਰੂ ਦੀ ਮੱਤ ਨੂੰ ਮੰਨ ਲੈ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਸੁਖਮਣੀ ਸਾਹਿਬ ਦੇ ਵਿੱਚ 3 ਪ੍ਰਮੁੱਖ ਵਿਸ਼ੇ ਚੁਣੇ ਹਨ। ਪਹਿਲਾ ਤੇ ਵਿਸ਼ੇਸ਼ ਵਿਸ਼ਾ ਅਕਾਲ ਉਸਤਤ, ਪ੍ਰਭੂ ਦੀ ਪ੍ਰਸ਼ੰਸਾ। ਪ੍ਰੀਤਮ ਪਿਆਰੇ ਦਾ ਗੀਤ ਗਾਇਆ ਹੈ, ਉਹਦੀ ਸਿਫਤ ਸਲਾਹ ਕੀਤੀ ਹੈ ਵਿਸਤਾਰ ਦੇ ਨਾਲ। ਦੂਸਰਾ ਜਿਹੜਾ ਉਹਨੂੰ ਧਿਆਉਂਦਾ ਹੈ, ਆਪਣੇ ਆਪ ਨੂੰ ਮਾਰ ਕੇ ਉਹਨੂੰ ਪਾਉਂਦਾ ਹੈ, ਨਿਮਰਤਾ ਦਾ ਪੁੰਜ ਬਣ ਕੇ ਉਹਦਾ ਮਨ ਜਿੱਤ ਲੈਂਦਾ ਹੈ। ਉਹਨੂੰ ਪ੍ਰੀਤਮ ਪਿਆਰੇ ਨੇ ਸੇਵਕ ਦਾ ਨਾਂ ਦਿੱਤਾ ਹੈ। ਉਹਨੂੰ ਜਨ ਕਹਿ ਕੇ ਨਵਾਜਿਆ ਹੈ। ਉਹਨੂੰ ਗੁਲਾਮ ਕਹਿ ਕੇ ਸਲਾਹਿਆ ਹੈ। ਉਹਨੂੰ ਦਾਸ ਕਹਿ ਕੇ ਵਡਿਆਇਆ ਹੈ। ਉਹਦੀ ਬਹੁਤ ਹੀ ਸਿਫਤ ਸਲਾਹ ਕੀਤੀ ਹੈ। ਇੱਥੋਂ ਤੱਕ ਗੁਰੂ ਸਾਹਿਬ ਨੇ ਉਹਨਾਂ ਦੇ ਚਰਨ ਧੋਣ ਦੀ ਇੱਛਾ ਪ੍ਰਗਟ ਕੀਤੀ ਹੈ ਤੇ ਉਹ ਪਾਣੀ ਉਹਨਾਂ ਦੇ ਚਰਨਾਂ ਦੀ ਧੋ ਆਪ
ਆਪਣੇ ਮੁਖਾਰਬੰਦ ਨਾਲ ਪੀਣ ਦੀ ਇੱਛਾ ਜ਼ਾਹਰ ਕੀਤੀ ਹੈ। ਕਿੰਨਾ ਵੱਡਾ ਮਾਣ ਹੈ, ਸਤਿਕਾਰ ਹੈ ਉਹਨਾਂ ਵਾਹਿਗੁਰੂ ਦੇ ਪਿਆਰਿਆਂ ਦੀ, ਉਹਨਾਂ ਦੀ ਸੇਵਾ ਕਰਨ ਦੀ ਰੀਝ ਹੈ। ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਅਕਾਲ ਦਾ ਰੂਪ ਗਰਦਾਨਿਆ ਹੈ। ਤੀਸਰੀ ਜਿਹੜਾ ਉਹਨਾਂ ਨੇ ਮੁੱਖ ਵਿਸ਼ਾ ਬਣਾਇਆ ਹੈ, ਤੀਸਰਾ, ਉਹ ਉਹਨਾਂ ਨਿੰਦਕਾਂ ਦਾ ਹੈ, ਉਹਨਾਂ ਚੁਗਲਖੋਰਾਂ ਦਾ ਹੈ, ਉਹਨਾਂ ਚੋਰਾਂ ਦਾ ਹੈ, ਹਰਾਮਖੋਰਾਂ ਦਾ ਹੈ, ਕੂੜਿਆਰਾਂ ਦਾ ਹੈ, ਜਿਹੜੇ ਦੁਨੀਆ ਨੂੰ ਨੈਗੇਟਿਵ ਨਾ ਪੱਖੀ ਰੰਗ ਦੇ ਵਿੱਚ ਰੰਗਦੇ ਹਨ, ਗੁਰੂ ਦੇ ਸੇਵਕਾਂ ਨੂੰ ਭੰਡਦੇ ਹਨ, ਗਰੀਬੀ ਵਾਲੇ ਸਮਾਜ ਦੇ ਡਿੱਗੇ ਹੋਏ ਤਬਕੇ ਨੂੰ ਜਲੀਲ ਕਰਦੇ ਹਨ। ਸੱਚੇ ਪਾਤਸ਼ਾਹ ਨੇ ਖੁੱਲ੍ਹ ਕੇ ਉਹਨਾਂ ਦਾ ਬਣਦਾ ਸਥਾਨ ਦਰਸਾਇਆ ਹੈ। ਉਹਨਾਂ ਨੂੰ ਨਾ ਹੋਏ ਕਹਿ ਕੇ ਉਹਨਾਂ ਦੀ ਥਾਂ ਦਿਖਾਈ ਹੈ। ਗੁਰੂ ਪਿਆਰਿਓ, ਅਸ਼ਟਪਦੀ 22ਵੀਂ ਤੇ ਪਦ 7ਵਾਂ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਥ ਸ੍ਰਿਸ਼ਟ। ਉਹਦੀ ਸਮਝ ਪੂਰਨ ਹੈ, ਅਕਲ ਪੂਰਨ ਹੈ। ਜਿਹੜੇ ਆਬੇ ਹਯਾਤ ਮੋਕਸ਼ ਦੀ ਪ੍ਰਾਪਤੀ ਕਰਕੇ, ਦਰਸ਼ਨ ਕਰਕੇ ਦੁਨੀਆ ਨਾਲੋਂ ਆਜੋੜ ਹੋ ਜਾਂਦੇ ਹਨ, ਵੱਖਰੇ ਸਵਰਗ ਦੇ ਵਿੱਚ ਪਹੁੰਚ ਜਾਂਦੇ ਹਨ। ਆਬੇ ਹਯਾਤ ਛਕ ਲੈਂਦੇ ਹਨ। ਉਹਨਾਂ ਦੀ ਮੱਤ ਪੂਰੀ ਹੈ। ਜਿਹੜੇ ਇਸ ਮਾਇਆ ਦੀ ਨਗਰੀ ਦੇ ਵਿੱਚੋਂ, ਮਾਇਆ ਦੀ ਨਦੀ ਦੇ ਵਿੱਚੋਂ ਪਾਰ ਉਤਰ ਜਾਂਦੇ ਹਨ। ਚਰਨ ਕਮਲ ਜਾਂ ਕੇ ਅਨੂਪ, ਕਿੰਨੇ ਸੋਹਣੇ ਉਹਨਾਂ ਦੇ ਕਮਲ ਰੂਪੀ ਪੈਰ ਹਨ। ਉਹਨਾਂ ਦੇ ਪਾਂਵ ਸੁੰਦਰ ਹਨ, ਸੋਹਣੇ ਹਨ। ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪ੍ਰਵਾਨ, ਅੰਤਰਜਾਮੀ ਪੁਰਖ ਪ੍ਰਧਾਨ। ਚਰਨ ਕਮਲ ਜਾਂ ਕੇ ਅਨੂਪ, ਉਹਨਾਂ ਦੇ ਕਮਲ ਰੂਪੀ ਪੈਰ ਅਤੀ ਮਨਮੋਹਣੇ ਹਨ। ਸਫਲ ਦਰਸ਼ਨ ਸੁੰਦਰ ਹਰ ਰੂਪ, ਉਹਨਾਂ ਦੇ ਦਿਦਾਰੇ ਵਾਹਿਗੁਰੂ ਵਰਗਾ ਮਨਮੋਹਣਾ ਸਰੂਪ ਉਹਨਾਂ ਦਾ ਪੂਰਾ ਸਫਲ ਹੈ, ਅਮੋਘ ਹੈ। ਉਹਨੂੰ ਤੱਕ ਕੇ ਇਨਸਾਨ ਪਾਰ ਉਤਰ ਜਾਂਦਾ ਹੈ। ਧੰਨ ਹੈ ਉਹਨਾਂ ਉੱਤੇ ਇੱਕ ਦੇਖਣ ਵਾਲੀ ਤੱਕ। ਧੰਨ ਸੇਵਾ ਸੇਵਕ ਪ੍ਰਵਾਨ, ਅੰਤਰਜਾਮੀ ਪੁਰਖ ਪ੍ਰਧਾਨ। ਉਹਨਾਂ ਸੇਵਕਾਂ ਦੀ ਸੇਵਾ ਜਿਹਦੇ ਨਾਲ ਉਹ ਪ੍ਰਭੂ ਦੇ
ਵਿੱਚ ਸਮੋ ਗਏ ਹਨ, ਉਹਨਾਂ ਨੂੰ ਮੁਬਾਰਕ ਹੈ। ਉਹਨਾਂ ਦੀ ਮਸ਼ੱਕਤ ਜਿਹੜੀ ਦਿਨ ਰਾਤ ਉਹਨਾਂ ਨੇ ਘਾਲੀ ਹੈ, ਸਵਾਸ ਸਵਾਸ ਪ੍ਰਭੂ ਦਾ ਨਾਂ ਲੈ ਕੇ ਆਪਣੀ ਵਿਧੀ ਪਾਲੀ ਹੈ, ਉਹ ਮਹਾਨ ਹਨ, ਉਹ ਚਾਕਰ ਮਹਾਨ ਹਨ, ਉਹ ਦਾਸ ਸ੍ਰੇਸ਼ਟ ਹਨ। ਉਹਨਾਂ ਦੀ ਸੇਵਾ ਭਲੀ ਹੈ, ਉਹਨਾਂ ਦੀ ਨੌਕਰੀ, ਉਹਨਾਂ ਦੀ ਚਾਕਰੀ ਮੁਬਾਰਕ ਹੈ। ਉਹ ਪ੍ਰਵਾਨ ਹੈ, ਗੁਰੂ ਦੀ ਦਰਗਾਹ ਦੇ ਵਿੱਚ ਮਕਬੂਲ ਹੈ। ਉਹਨਾਂ ਨੇ ਗੁਰੂ ਅੰਤਰਜਾਮੀ ਪੁਰਖ ਪ੍ਰਧਾਨ, ਉਹ ਗੁਰੂ ਨੂੰ ਜਾਣਦੇ ਹਨ। ਗੁਰੂ ਨੇ ਮਿਹਰ ਕਰਕੇ ਆਪਣਾ ਦਿਲ ਉਹਨਾਂ ਨੂੰ ਦੇ ਦਿੱਤਾ ਹੈ। ਗੁਰੂ ਨੂੰ ਉਹਨਾਂ ਉੱਤੇ ਪੂਰਨ ਭਰੋਸਾ ਹੈ, ਯਕੀਨ ਹੈ। ਉਹਨਾਂ ਦੇ ਦਿਲਾਂ ਤੇ ਗੁਰੂ ਦੇ ਦਿਲਾਂ ਦੇ ਵਿੱਚ, ਗੁਰੂ ਦੇ ਦਿਲ ਦੇ ਵਿੱਚ ਕੋਈ ਭੇਦ ਨਹੀਂ ਰਿਹਾ। ਉਹ ਮਹਾਨ ਪੁਰਸ਼ ਹਨ, ਪ੍ਰਭੂ ਦਾ ਰੂਪ ਹਨ। ਜਿਸ ਮਨ ਬਸੈ ਸੋ ਹੇਤ ਨਿਹਾਲ, ਤਾਂ ਕਿ ਨਿਕਟ ਨ ਆਵਤ ਕਾਲ। ਜਿਹਦੇ ਅੰਦਰ ਗੁਰੂ ਜੀ ਨਿਵਾਸ ਰੱਖਦੇ ਹਨ, ਉਹ ਪ੍ਰਸੰਨ ਹੋ ਜਾਂਦਾ ਹੈ। ਉਹਨੂੰ ਆਨੰਦ ਦੀ ਪ੍ਰਾਪਤੀ ਮਿਲ ਜਾਂਦੀ ਹੈ। ਦੁੱਖਾਂ ਵਿੱਚੋਂ ਨਿਕਲ ਕੇ ਸੁੱਖਾਂ ਦੇ ਵਿੱਚ ਪ੍ਰਵੇਸ਼ ਹੋ ਜਾਂਦਾ ਹੈ। ਉਹਨੂੰ ਅਸਲੀ ਖੁਸ਼ੀ ਦੀ ਸਮਝ ਆ ਜਾਂਦੀ ਹੈ। ਉਹਦੀਆਂ ਅੱਖਾਂ ਤੋਂ ਲਾਲਚ ਦੀ ਪੱਟੀ ਲਹਿ ਜਾਂਦੀ ਹੈ। ਉਹ ਨਿਹਾਲ ਹੋ ਜਾਂਦਾ ਹੈ, ਅਤੀ ਪ੍ਰਸੰਨ। ਫਿਰ ਉਹ ਮੌਤ ਤੋਂ ਬਾਹਰ ਨਿਕਲ ਜਾਂਦਾ ਹੈ। ਮੌਤ ਉਹਦੇ ਨੇੜੇ ਵੀ ਨਹੀਂ ਆਉਂਦੀ। ਉਹ ਅਮਰ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਗੁਰੂ ਦਾ ਪਿਆਰਾ, ਗੁਰੂ ਦਾ ਸੇਵਕ, ਗੁਰੂ ਦਾ ਦਾਸ, ਗੁਰੂ ਦਾ ਜਨ। ਇਹ ਵਡਿਆਈ ਹੈ ਉਸ ਪ੍ਰਾਣੀ ਦੀ ਜਿਹਨੇ ਗੁਰੂ ਨੂੰ ਪਾ ਲਿਆ ਹੈ। ਆਪਣੀ ਮਸ਼ੱਕਤ ਦੇ ਨਾਲ ਦਿਨ ਰਾਤ, ਪਲ ਪਲ, ਛਿਨ ਛਿਨ, ਸਵਾਸ ਸਵਾਸ, ਗਰਾਸ ਗਰਾਸ ਉਹਨੂੰ ਧਿਆ ਕੇ ਆਪਣਾ ਬਣਾ ਲਿਆ ਹੈ। ਅਮਰ ਭੈ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰਿ ਧਿਆਇਆ। ਅਮਰ ਹੋ ਗਏ ਤੇ ਉਹਨਾਂ ਦਾ ਮਿਸ਼ਨ ਹੈ ਜਿਹੜਾ ਸੰਪੂਰਨ ਹੋ ਗਿਆ ਹੈ। ਹੁਣ ਉਹ ਅਮਰ ਬਣ ਗਏ ਹਨ। ਗੁਰੂ ਦੇ ਪਿਆਰੇ ਸਿਮਰਨ ਕਰਕੇ, ਗੁਰੂ ਨੂੰ ਧਿਆ ਕੇ, ਉਹਦੀ ਆਰਾਧਨਾ ਕਰਕੇ, ਸਵਾਸ ਸਵਾਸ ਉਹਨੂੰ ਦੇ ਕੇ ਉਹਨਾਂ ਨੇ ਉਹ ਪਦਵੀ ਪ੍ਰਾਪਤ ਕਰ ਲਈ ਹੈ ਜਿਹੜੀ ਅਕਾਲ ਦੇ ਕੋਲ ਹੈ, ਅਕਾਲ ਪੁਰਖ ਕੋਲ ਹੈ। ਉਹ ਹਮੇਸ਼ਾ ਅਵਿਨਾਸ਼ੀ ਹੋ ਗਏ ਹਨ।
ਉਹ ਚਰਨਾਂ ਦੇ ਵਿੱਚ ਪ੍ਰੀਤਮ ਪਿਆਰੇ ਦੇ ਟਿਕ ਗਏ ਹਨ। ਪ੍ਰੀਤਮ ਪਿਆਰੇ ਨੇ ਉਹਨਾਂ ਦੀ ਪਿੱਠ ਉੱਤੇ ਆਪਣਾ ਹੱਥ ਟਿਕਾ ਦਿੱਤਾ ਹੈ। ਹਮੇਸ਼ਾ ਦੇ ਲਈ ਉਹਨਾਂ ਨੂੰ ਆਪਣੇ ਬਣਾ ਲਿਆ ਹੈ। ਧੰਨ ਹਨ ਉਹ ਰੂਹਾਂ ਜਿਨ੍ਹਾਂ ਨੇ ਅਮਰਾ ਪਦ ਪ੍ਰਾਪਤ ਕਰ ਲਿਆ ਹੈ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ। The world is delivered by beholding the sight of the Guru. Pekat darshan pekat udrant srest. The world is delivered by beholding the sight of the Guru, whose understanding is perfect and whose glance is impartial. चरण कमल जाके अनूप। His lotus feet are beautiful beyond description. There is no phrase can be done how wonderful they are, the feet of the servant. Safal darshan sundar har roop. Accredited is his sight, and God-like fascinating is his form. Tan seva sevak parvan. Blessed is his service, and acceptable is his servant. His sight is blessed. His face is so beautiful, and he is great because his seva is accepted, and he is also accepted. अंतरजामी पुरख प्रधान, जिस मन बसे सुहोत निहाल. The Guru is the knower of hearts and the most exalted person. He within whose mind the Guru dwells becomes happy. Antarjami Purkh Pradhan, male. He is the supreme male, beyond any normal. He is the only one male, and he knows everybody. He can access anytime, anywhere, anybody's heart, 24 hours a day. He can look into. But whenever he chooses the mind of other sevak, servant, that person becomes a divine happy full. जिस मन बसे सुहोत निहाल, ताके निकट न आवत काल. Wherever he chooses to live, in the hearts of wonderful people, and they are blessed. They never die. They become like him, become immortal. Death never draws near them. And he within whose mind the Guru dwells becomes happy. Amar bhai, amra pad paya. Sadh sang nanak har ਧਿਆਇਆ. Meditating on God
in the guild of saints, O Nanak, I have become immortal and obtained the immortal rank. Amar Bhai Amara Pad Paya. The servants, the Jan, the Das, all become immortal because their seva, because their company of sadh sang, because they sang the song of God. Now they are forever. Nanak, become immortal because the company of sadhus, company of saints. ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਮਿਹਰ ਕਰਕੇ ਸਾਨੂੰ ਸਮਝਾਉਂਦੇ ਹਨ ਕਿ ਪ੍ਰਾਣੀ ਤੂੰ ਆਪਣੀ ਮੱਤ ਨੂੰ ਛੱਡ ਦੇ। ਆਪਣੀ ਮੱਤ ਦੇ ਨਾਲ ਤੂੰ ਮਾਪ ਤੋਲ ਦੇ ਵਿੱਚ ਫਸਿਆ ਹੋਇਆ ਹੈ। ਹਰ ਚੀਜ਼ ਨੂੰ ਤੋਲਦਾ ਹੈ, ਮਾਪਦਾ ਹੈ। ਇਹ ਤੇਰੀ ਆਦਤ ਬਣ ਚੁੱਕੀ ਹੈ। ਤੇਰੇ ਅੰਦਰ ਜਿਹੜਾ ਵੱਸਦਾ ਹੈ, ਜਿਹਦਾ ਤੇਰੇ ਨਾਲ ਅਸਲੀ ਰਿਸ਼ਤਾ ਹੈ, ਉਹ ਮਾਪ ਤੋਲ ਤੋਂ ਬਾਹਰ ਹੈ। ਉਹ ਤੋਲਿਆ ਨਹੀਂ ਜਾ ਸਕਦਾ, ਮਾਪਿਆ ਨਹੀਂ ਜਾ ਸਕਦਾ। ਤੂੰ ਬਿਲਕੁਲ ਉਹ ਤੋਂ ਉਲਟ ਆਪਣੀ ਸ਼ਖਸੀਅਤ ਬਣਾ ਲਈ ਹੈ। ਉਹਦੀ ਪਰਸਨੈਲਿਟੀ ਤੇਰੇ ਨਾਲੋਂ ਭਿੰਨ ਹੈ। ਐ ਮਿਸਟਰ ਹਿਊਮਨ ਬੀਇੰਗ, you are not compatible. The real male lives within you. ਜਿਹੜਾ ਅਸਲੀ ਪੁਰਖ ਤੇਰੇ ਅੰਦਰ ਵੱਸਦਾ ਹੈ, ਤੂੰ ਉਹਦੇ ਨਾਲ ਮਿਲਦਾ ਜੁਲਦਾ ਨਹੀਂ। ਤੇਰੀਆਂ ਆਦਤਾਂ ਵਿਗੜ ਚੁੱਕੀਆਂ ਹਨ। ਤੂੰ ਪਦਾਰਥਵਾਦੀ ਹੈ। ਮਿਲਣ ਤੇ ਗਿਲਣ ਦਾ ਆਦੀ ਹੋ ਚੁੱਕਿਆ ਹੈ। ਜਿਹੜਾ ਤੇਰੇ ਅੰਦਰ ਵੱਸਦਾ ਹੈ, ਜਿਹੜਾ ਤੈਨੂੰ ਚਲਾਉਂਦਾ ਹੈ, ਤੇਰੇ ਉੱਤੇ ਮਿਹਰਾਂ ਕਰਦਾ ਹੈ, ਉਹ ਵੱਖਰਾ ਹੈ। ਬੇਸ਼ੱਕ ਤੇਰਾ ਪਿਤਾ ਹੈ, ਤੇਰਾ ਬਣਾਵਣ ਵਾਲਾ ਹੈ, ਤੂੰ ਉਹਦੇ ਕਦਮਾਂ ਉੱਤੇ ਨਹੀਂ ਚੱਲਿਆ। ਤੈਂ ਆਪਣੀ ਮੱਤ ਨੂੰ ਪ੍ਰਧਾਨ ਬਣਾ ਲਿਆ, ਚੱਲਿਆ ਬਾਜੀ ਹਾਰ ਗਿਆ। ਹੁਣ ਹਾਰੀ ਹੋਈ ਬਾਜੀ ਨੂੰ ਜਿੱਤਣਾ ਕਿਵੇਂ ਹੈ? ਗੁਰੂ ਦੇ ਚਰਨਾਂ ਵਿੱਚ ਲੱਗ ਕੇ, ਗੁਰੂ ਅੱਗੇ ਬੇਨਤੀ ਕਰਕੇ, ਫਰਿਆਦ ਕਰਕੇ, ਅਰਦਾਸ ਕਰਕੇ। ਹਾਰੀ ਹੋਈ ਬਾਜੀ ਫਿਰ ਜਿੱਤਣੀ ਹੈ। ਸਭ ਤੋਂ ਪਹਿਲਾਂ ਆਪਣੀ ਅਕਲ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਢੇਰੀ ਕਰ ਦੇ। ਇਹਨੂੰ ਛੱਡ ਦੇ। ਤੈਂ ਬੜਾ ਚੀਰ ਪਾੜ ਕੀਤਾ ਫੁੱਲ ਦਾ, ਪਿਆਰ ਦੇ ਫੁੱਲ ਦਾ, ਲੱਭਣ ਦੇ ਲਈ ਕਿ ਇਹਦੇ ਵਿੱਚ ਕੀ ਹੈ। ਕੁਝ ਵੀ ਨਹੀਂ ਮਿਲਿਆ ਤੈਨੂੰ। ਸੁੰਦਰਤਾ ਗਵਾਚ ਗਈ। ਤੂੰ ਦਿਨ ਰਾਤ ਕੋਸ਼ਿਸ਼ ਕਰਦਾ ਰਿਹਾ ਕਿ ਤੈਨੂੰ ਫੁੱਲ ਦੀਆਂ ਪੰਖੜੀਆਂ ਵਿੱਚੋਂ ਕੁਝ ਮਿਲ ਜਾਵੇ। ਕੁਝ ਵੀ ਨਹੀਂ ਮਿਲਿਆ। ਪ੍ਰਭੂ ਤੇਰੇ ਅੰਦਰ ਬੈਠਾ ਹੈ, ਤੇਰਾ ਸਾਥੀ ਹੈ। ਤੂੰ ਬਾਹਰ ਉਹਦੀਆਂ ਪੰਖੜੀਆਂ ਖਿਲਾਰ ਰਿਹਾ ਹੈ, ਉਹਦੀ ਸੁੰਦਰਤਾ ਦਾ ਵਿਨਾਸ਼ ਕਰ ਰਿਹਾ ਹੈ।
ਉਹਦੀ ਸੁੰਦਰਤਾ ਦਾ ਵਿਨਾਸ਼ ਕਰਨਾ ਤੇਰੇ ਹੱਥ ਵਿੱਚ ਨਹੀਂ ਹੈ। ਤੂੰ ਆਪਣੀ ਸੁੰਦਰਤਾ ਦੀ ਜਖਣਾ ਪੱਟ ਰਿਹਾ ਹੈ, ਬਰਬਾਦ ਕਰ ਰਿਹਾ ਹੈ। ਇਸ ਮਾਪ ਤੋਲ ਨੂੰ ਛੱਡ ਕੇ ਆ ਮਾਪ ਦੇ ਅੱਗੇ ਸਰੈਂਡਰ ਕਰ ਦੇ। ਆਤਮ ਸਮਰਪਣ, ਆਪਣੀ ਅਕਲ ਦੇ ਹਥਿਆਰ ਸੁੱਟ ਦੇ। ਹੱਥ ਖੜੇ ਕਰਕੇ ਇੱਕ ਕਦਮ ਉਹਦੇ ਵੱਲ ਨੂੰ ਪੁੱਟ ਲੈ। ਉਹ ਇੰਨਾ ਦਿਆਲੂ ਹੈ, ਇੰਨਾ ਕਿਰਪਾਲੂ ਹੈ, ਤੇਰੇ ਦੂਸਰੇ ਕਦਮ ਪੁੱਟਦੇ ਪੁੱਟਦੇ ਉਹਦੀਆਂ ਬਾਹਾਂ ਤੇਰੇ ਦੁਆਲੇ ਘੁੰਮ ਜਾਣਗੀਆਂ, ਤੈਨੂੰ ਅਪਣਾ ਲੈਣਗੀਆਂ। ਤੇਰਾ ਉਹ ਬਣ ਜਾਵੇਗਾ, ਤੈਨੂੰ ਆਪ ਆਪ ਬਣਾ ਲਵੇਗਾ। ਮਾਇਆ ਦੇ ਜਾਲ 'ਚੋਂ ਨਿਕਲ ਜਾਵੇਗਾ। ਉਹਦੀ ਮੱਤ ਪ੍ਰਾਪਤ ਕਰਕੇ ਤੈਨੂੰ ਆਬੇ ਹਯਾਤ ਦਾ ਪਿਆਲਾ, ਜਿਹਨੂੰ ਪੀ ਕੇ ਤੂੰ ਦੁਨੀਆ ਦੀ ਅਕਲ ਪ੍ਰਾਪਤ ਕਰ ਲਵੇਗਾ। ਇਸ ਭਵਜਲ ਸਾਗਰ ਨੂੰ ਪਾਰ ਕਰ ਲਵੇਗਾ। ਸਾਰੀ ਸ੍ਰਿਸ਼ਟੀ ਦਾ ਗਿਆਨ ਤੈਨੂੰ ਪ੍ਰੀਤਮ ਪਿਆਰੇ ਦੀ ਮਿਹਰ ਨਾਲ ਹੋ ਜਾਵੇਗਾ। ਉਹਨਾਂ ਨੂੰ ਦੇਖ ਲੈ, ਉਹਨਾਂ ਦਾ ਸੰਗ ਕਰ ਲੈ, ਜਿਨ੍ਹਾਂ ਨੇ ਉਹਨੂੰ ਧਿਆਇਆ ਹੈ, ਧਿਆ ਕੇ ਉਹਨੂੰ ਪਾਇਆ ਹੈ, ਪ੍ਰਾਪਤ ਕੀਤਾ ਹੈ। ਉਹ ਤੇਰੇ ਆਲੇ ਦੁਆਲੇ ਹੀ ਹਨ। ਉਹਨਾਂ ਦਾ ਸੰਗ ਤੂੰ ਕਰ ਸਕਦਾ ਹੈ। ਉਹਨਾਂ ਤੋਂ ਤੌਰ ਤਰੀਕਾ ਸਿੱਖ ਸਕਦਾ ਹੈ। ਉਹਨੂੰ ਪਾਉਣ ਦਾ। ਪ੍ਰਭੂ ਦਾ ਪਿਆਰਾ ਇੱਕ ਖਿੜੇ ਹੋਏ ਫੁੱਲ ਵਰਗਾ ਹੈ, ਸੁੰਦਰ ਹੈ, ਸਫਲ ਹੈ, ਸੋਹਣਾ ਉਹਦਾ ਰੂਪ ਹੈ, ਅਤ ਸੁੰਦਰ ਪ੍ਰਭੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੈ। ਉਹ ਮਹਾਨ ਹੈ, ਗੁਰੂ ਦਾ ਸੇਵਕ, ਗੁਰੂ ਦਾ ਰੂਪ ਹੈ। ਤੈਨੂੰ ਪਾਰ ਲਗਾਉਣ ਦੇ ਲਈ ਬਲਾ ਹੈ, ਜਾਣਦਾ ਹੈ, ਤੌਰ ਤਰੀਕੇ ਸਮਝਦਾ ਹੈ, ਨਈਆ ਨੂੰ ਕਿਵੇਂ ਪਾਰ ਲਗਾਉਣਾ ਹੈ। ਉਹਦੇ ਚਰਨਾਂ ਨੂੰ ਪਕੜ ਲੈ, ਉਹਦੀ ਆਸ਼ੀਰਵਾਦ ਮੰਗ ਲੈ। ਉਹਦੀ ਸੇਵਾ ਧੰਨ ਹੈ, ਜਿਹੜੀ ਦਰਗਾਹ ਦੇ ਵਿੱਚ ਪ੍ਰਵਾਨ ਹੈ। ਪ੍ਰਭੂ ਨੇ ਉਹਨੂੰ ਆਸ਼ੀਰਵਾਦ ਦਿੱਤੀ ਹੈ, ਆਪਣੇ ਦਾਸ ਨੂੰ ਆਪਣੇ ਵਰਗਾ ਬਣਾ ਲਿਆ। ਇਸ ਸ੍ਰਿਸ਼ਟੀ ਦੇ ਵਿੱਚ ਪਿਆਰਿਆ ਸਭ ਸਗਲੀ ਨਾਰਾਂ ਹਨ। ਇੱਕੋ ਇੱਕ ਆਦਮੀ ਹੈ, ਪੁਰਖ ਹੈ। ਉਹ ਪੁਰਖ ਪ੍ਰਭੂ ਆਪ ਹੈ। ਉਹ ਹਰ ਕਿਸੇ ਦੇ ਦਿਲ ਨੂੰ ਜਾਣਨ ਵਾਲਾ ਹੈ। 24 ਘੰਟੇ ਤੇਰੇ ਦਿਲ ਦੇ ਝਰੋਖਿਆਂ ਵਿੱਚ ਝਾਕ ਸਕਦਾ ਹੈ। ਤੇਰੀਆਂ ਛੁਪੀਆਂ ਹੋਈਆਂ ਰਮਜ਼ਾਂ ਨੂੰ ਪੜ੍ਹ ਸਕਦਾ ਹੈ। ਉਹਨੂੰ ਗਿਆਤ ਹੈ, ਜਿੰਨੀ ਅਕਲ ਤੈਂ ਪਾਈ ਹੈ ਓਨੀ ਉਹਨੇ ਬਖਸ਼ੀ ਹੈ। ਜਿਹੜੀ ਖੁਸ਼ੀ ਤੈਂ ਅੱਜ ਤੱਕ ਪ੍ਰਾਪਤ ਕੀਤੀ ਹੈ, ਉਹ ਵੀ ਉਹਦੀ ਮਿਹਰ ਨਾਲ, ਉਹਦੀ ਕਿਰਪਾ ਦੇ ਨਾਲ ਤੇਰੇ ਤੱਕ ਪਹੁੰਚੀ ਹੈ। ਜਦੋਂ ਤੂੰ ਪ੍ਰਸੰਨ ਹੁੰਦਾ ਹੈ ਉਹਦੀ ਮਿਹਰ ਦੇ ਨਾਲ,
तेरा मिशन प्राप्त नहीं होया प्यारिया, अधूरा है, क्योंकि तू बाजी हारी है, कमज़ोर हो गया अपने मिशन तो, पर अजे फेल नहीं होया। हारी हुई बाजी जितनी है प्रभु की भगती दे नाल, दिन रात उहनूं सिमर दे नाल, सवास सवास ग्रास ग्रास, कुछ नहीं बिगड़िया। जिन्हां ने ध्याया उहनूं, उन्हां दा संग करके उहदा गीत गा दिन रात। वो मेहरबान है, दयालु है, कृपालू है, डुल जाता है अपने भगतां उत्ते, बख्शिशां दे भंडार निहाल हो के कुरबान कर दिंदा है। सब तो पहला तैनू अमर बनावेगा अपने वर्गा। आ चल अमर सदीवी, दरगाह दे विच परवान सर्टिफिकेट दे देवेगा कि नो मोर लाइफ नो मोर डेथ। फिर तैनू वो खुशी वरतावेगा जिहड़ी अज तक तैं देखी नहीं ते अज तक सुनी भी नहीं। तू झूठी खुशी दे विच झूमदा रहा, तैनू खुशी का पता भी नहीं लग्या खुमारी की हुंदी है। गुरु नानक साहब सच्चे पातशाह दी मेहर दे नाल तैनू वो दिन रात वाली खुमारी प्राप्त हो जाएगी। तू अमर हो जाएगा प्यारिया, तैनू अमरा पद मिल जाएगा उन्हां प्यारियां दी कंपनी दे विच। जदों तू बैठिया उन्हां ने तैनू स्वीकार कर लिया, सेवा दे तौर तरीके समझा दिते। सच्चे पातशाह धन धन गुरु अर्जन देव जी ने एक मत पूरी अमृत जां की दृष्ट। सच्चे पातशाह मेहर करते ने कि मत पूरी कदों हुंदी है। कोई इंसान धरती दे उत्ते पूरा परफेक्ट नहीं, पूर्ण नहीं है, पूरी मत भी नहीं है, अधूरी है। जे पूरी अकल है तो अकाल पुरख नूं है, वाहिगुरू नूं है, जां गुरु महाराज नूं है जिहड़े उहदा रूप बन चुके हैं। जिन्नी देर इंसान नूं समझ नहीं लगती उन्नी देर सबक पढ़ नहीं सकता पूरी तरह। धन धन गुरु नानक देव जी सच्चे पातशाह मेहरां दे साईं लाहौर पहुंचे ते उत्थे दा एक धनाड़ प्राणी जिहड़ा बहुत अमीर सी, धनवान सी, सेठ दुनी चंद, जिहड़ा बहुत गुरु साहिब का सत्कार करता सी। काफ़ी झंडे उहदे मकान दे उत्ते लगाए हुए सी। लोग उहनूं झंडियां वाला सेठ भी कहते सी। रिवाज सी, दस्तूर, जिवें अज दे जमाने दे विच लोग वड्डियां कीमती कारां लैंदे हन तां कि सोसाइटी दे विच उहनां दा नाम हो जावे, एक लैवल बन जावे। महंगियां तो महंगियां कारां, चंगे तो चंगे ब्रांडेड कपड़े,
ਪਾ ਕੇ ਇੱਕ ਲੈਵਲ ਆਫ ਲਿਵਿੰਗ ਦੂਸਰਿਆਂ ਨੂੰ ਦਰਸਾਉਣਾ ਚਾਹੁੰਦੇ ਨੇ। ਇਹ ਆਮ ਹੁੰਦਾ ਵੀ ਹੈ, ਲੋਕਾਂ ਨੂੰ ਪਤਾ ਚੱਲ ਜਾਂਦਾ ਕਿ ਇਹਦਾ ਲੈਵਲ ਕਿੰਨਾ ਹੈ, ਇਹਦੇ ਕੋਲ ਕੀ ਕੁਝ ਹੈ। ਜ਼ਿਆਦਾਤਰ ਇਸੇ ਤਰ੍ਹਾਂ ਉਹਨਾਂ ਦਿਨਾਂ ਦੇ ਵਿੱਚ ਇਹ ਰਿਵਾਜ਼ ਸੀ ਕਿ ਜਿਹੜਾ 1 ਕਰੋੜਪਤੀ ਹੈ ਉਹਦੇ ਘਰ ਦੇ ਉੱਤੇ ਇੱਕ ਝੰਡਾ, ਜਿਹਦੇ ਕੋਲ 2 ਕਰੋੜ ਹੈ ਉਹਦੇ ਘਰ ਉੱਤੇ 2 ਝੰਡੇ, ਇਸੇ ਤਰ੍ਹਾਂ 3 4 5। ਪਰ ਸੇਠ ਦੂਨੀ ਚੰਦ ਦੇ ਘਰ ਦੇ ਉੱਤੇ ਕਾਫੀ ਸਾਰੇ ਝੰਡੇ ਲੱਗੇ ਹੋਏ ਸੀ, ਅਰਬਾਂ ਖਰਬਾਂ ਤੱਕ ਪਹੁੰਚਿਆ ਹੋਇਆ ਸੀ। ਪਰ ਮਹਾਂਪੁਰਸ਼ਾਂ ਦਾ ਸੇਵਕ ਸੀ। ਜਦੋਂ ਵੀ ਉਹਨੂੰ ਪਤਾ ਚੱਲਦਾ ਕਿ ਕੋਈ ਮਹਾਂਪੁਰਸ਼ ਗੁਰੂ ਦਾ ਪਿਆਰਾ ਲਾਹੌਰ ਆਇਆ ਹੋਇਆ ਤਾਂ ਉਚੇਚੇ ਤੌਰ 'ਤੇ ਜਾ ਕੇ ਮਿਲਦਾ। ਪਦਾਰਥਵਾਦੀ ਸੀ ਪਰ ਗੁਰੂ ਦੀ ਸ਼ਰਧਾ ਬਰਕਰਾਰ ਸੀ, ਮਨ ਦੇ ਵਿੱਚ ਪ੍ਰਭੂ ਦਾ ਡਰ ਸੀ। ਤੇ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਠਹਿਰੇ ਹੋਏ ਸੀ ਉੱਥੇ ਪਹੁੰਚ ਜਾਂਦਾ ਹੈ, ਬੇਨਤੀ ਕਰਦਾ ਹੱਥ ਜੋੜ ਕੇ, ਸੱਚੇ ਪਾਤਸ਼ਾਹ ਤੁਸੀਂ ਮੇਰੇ ਪਰਿਵਾਰ ਨੂੰ ਮੇਰੇ ਘਰੇ ਜਾ ਕੇ ਚਰਨ ਪਾ ਦਿਓ ਤੇ ਮੇਰਾ ਗਰੀਬ ਨਿਮਾਣੇ ਨਤਾਣੇ ਦਾ ਭਲਾ ਹੋ ਜਾਵੇਗਾ। ਗੁਰੂ ਪਾਤਸ਼ਾਹ ਨੇ ਜਦੋਂ ਉਹਦੇ ਸ਼ਬਦ ਸੁਣੇ ਬੜੇ ਹੈਰਾਨ ਹੋਏ ਕਿ ਪਾਣੀ ਦੇ ਵਿੱਚ ਡੁੱਬ ਨਹੀਂ ਰਿਹਾ, ਅਜੇ ਵੀ ਤਰ ਸਕਦਾ ਹੈ, ਮਾਇਆ ਇਕੱਠੀ ਕੀਤੀ ਹੈ ਪਰ ਨਿਰਲੇਪ ਹੈ, ਇਹਦਾ ਭਲਾ ਹੋਣਾ ਚਾਹੀਦਾ। ਸੱਚੇ ਪਾਤਸ਼ਾਹ ਨੇ ਸੋਚਿਆ, ਮਰਦਾਨਿਆਂ ਕੱਲ੍ਹ ਨੂੰ ਆਪਾਂ ਇਹਨਾਂ ਦੇ ਘਰੇ ਜਾਵਾਂਗੇ। ਖੈਰ ਦੁਨੀ ਚੰਦ ਘਰੇ ਆ ਗਿਆ, ਬੜੀ ਤਿਆਰੀ ਕੀਤੀ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਚਰਨ ਪਾਉਣੇ ਨੇ। ਸੇਵਕਾਂ ਨੂੰ ਕਿਹਾ, ਉਚੇਚੇ ਤੌਰ 'ਤੇ ਸਫਾਈਆਂ ਕਰਵਾਈਆਂ ਗਈਆਂ। ਜਦੋਂ ਗੁਰੂ ਨਾਨਕ ਸਾਹਿਬ ਪਹੁੰਚੇ ਤਾਂ ਭੋਜਨ ਦਾ ਸਮਾਂ ਆ ਗਿਆ। ਦੁਨੀ ਚੰਦ ਨੇ ਆਪ ਸੇਵਾ ਕੀਤੀ ਆਪਣੇ ਹੱਥੀਂ। ਤੇ ਜਦੋਂ ਸੱਚੇ ਪਾਤਸ਼ਾਹ ਪ੍ਰਸ਼ਾਦਾ ਛਕ ਰਹੇ ਸੀ ਤਾਂ ਉਹਨਾਂ ਨੇ ਆਪਣੀ ਜੇਬ ਦੇ ਵਿੱਚੋਂ ਇੱਕ ਸੂਈ ਕੱਢੀ। ਕਹਿੰਦੇ ਦੁਨੀ ਚੰਦ ਆ ਮੈਨੂੰ ਮੋੜ ਦੀ ਮਰਨ ਤੋਂ ਬਾਅਦ। ਸੱਚੇ ਪਾਤਸ਼ਾਹ ਨੇ ਬੜਾ ਛੇਤੀ ਦੇ ਕੇ ਇਹ ਸ਼ਬਦ ਕਿਹਾ, ਜਿਵੇਂ ਆਪਾਂ ਕਿਸੇ ਨੂੰ ਕਹਿ ਦਿੰਦੇ ਹਾਂ ਵੀ ਆਹ ਸਾਂਭ ਲਈ ਮੈਨੂੰ ਮੋੜ ਦੀ। ਕੀ ਗੱਲ ਵਾ, 2 ਦਿਨ ਰੱਖ ਕੇ 3 ਦਿਨ ਰੱਖ ਕੇ ਮੇਰੀ ਚੀਜ਼ ਵਾਪਸ ਕਰ ਦੇ। ਇਸੇ ਤਰ੍ਹਾਂ ਦੁਨੀ ਚੰਦ ਨੇ ਬਹੁਤਾ ਧਿਆਨ ਨਹੀਂ ਦਿੱਤਾ, ਪ੍ਰਸੰਨ ਹੀ ਇੰਨਾ ਸੀ ਸੱਚੇ ਪਾਤਸ਼ਾਹ ਦੀ ਆਮਦ ਉੱਤੇ। ਮੁਸਕਰਾ ਕੇ ਸਿਰ ਮਾਰ ਦਿੱਤਾ, ਠੀਕ ਹੈ ਪਾਤਸ਼ਾਹ। ਸੁਣਿਆ ਹੀ ਨਹੀਂ। ਦੂਸਰੇ ਦਿਨ ਪਾਤਸ਼ਾਹ ਆਪਣੇ ਅਸਥਾਨ ਉੱਤੇ ਚਲੇ ਗਏ ਜਿੱਥੇ ਠਹਿਰੇ ਹੋਏ ਸੀ ਮਰਦਾਨੇ ਨਾਲ। ਦੁਨੀ ਚੰਦ ਆਪਣੇ ਕੰਮ ਧੰਦੇ ਲੱਗ ਗਿਆ। ਜਦੋਂ ਕੰਮ ਕਰਦਾ ਦੁਪਹਿਰਾਂ ਤੋਂ ਬਾਅਦ ਤਾਂ ਜੇਬ ਦੇ ਵਿੱਚ ਉਹਦੇ ਸੂਈ ਚੁੱਭ ਗਈ। ਯਾਦ ਆਇਆ ਕਿ ਗੁਰੂ ਨਾਨਕ ਸਾਹਿਬ ਨੇ ਮੈਨੂੰ ਰਾਤ ਦਿੱਤੀ ਸੀ, ਮੈਂ ਉਹਨਾਂ ਦੀ ਮੋੜਨੀ ਹੈ, ਇਹ ਤਾਂ ਉਹਨਾਂ ਦੀ ਅਮਾਨਤ ਹੈ। ਫਿਰ ਸੋਚਿਆ ਬਈ ਕਦੋਂ ਮੋੜਨੀ ਹੈ। ਫਿਰ ਯਾਦ ਆਇਆ ਵੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਮਰਨ ਤੋਂ ਬਾਅਦ, ਮੈਂ ਤਾਂ ਅਜੇ ਜਿਉਂਦਾ ਮਰਿਆ ਨਹੀਂ। ਫਿਰ ਸੋਚਦਾ ਕਿ ਮਰਨ ਤੋਂ ਬਾਅਦ ਕਿਵੇਂ ਲੈ ਕੇ ਜਾਊਗਾ, ਨਾਲ ਸਰੀਰ ਵੀ ਨਹੀਂ ਜਾਣਾ, ਇਹ ਸੰਭਵ ਹੈ। ਚਿੰਤਾ ਦੇ ਵਿੱਚ ਪੈ ਗਿਆ, ਚਲੇ ਗਿਆ ਫਿਰ ਉੱਥੇ ਜਿੱਥੇ ਪਾਤਸ਼ਾਹ ਠਹਿਰੇ ਸੀ। ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਹ ਜਿਹੜੀ ਤੁਸੀਂ ਮੈਨੂੰ ਸੂਈ ਰਾਤ ਦਿੱਤੀ ਸੀ,
ਤੇ ਆਪਣੀ ਵਾਪਸ ਲੈ ਲਵੋ। ਤੁਸੀਂ ਕਿਹਾ ਸੀ ਮਰਨ ਤੋਂ ਬਾਅਦ ਮੇਰੀ ਮਜਬੂਰੀ ਹੈ, ਮਰਨ ਤੋਂ ਬਾਅਦ ਪਾਤਸ਼ਾਹ ਮੇਰੇ ਨਾਲ ਕੁਝ ਵੀ ਨਹੀਂ ਜਾਣਾ। ਗੁਰੂ ਨਾਨਕ ਸਾਹਿਬ ਮੁਸਕਰਾਏ, ਮੋਢੇ ਉੱਤੇ ਹੱਥ ਰੱਖਿਆ। ਦੁਨੀ ਚੰਦ ਇਸੇ ਕਰਕੇ ਤੈਨੂੰ ਸੂਈ ਦਿੱਤੀ ਸੀ, ਤੂੰ ਨਸ਼ੇ ਦੇ ਵਿੱਚ ਸੀ। ਸਾਡੇ ਆਉਣ ਦੀ ਖੁਸ਼ੀ, ਤੇਰੀ ਦੌਲਤ ਦੀ ਖੁਸ਼ੀ ਤੂੰ ਸਮਝ ਨਹੀਂ ਸਕਿਆ। ਆਹ ਜਿਹੜੇ ਤੈਂ ਮਹਿਲ ਸਾਰੇ ਨੇ ਇੰਨਾ ਕੁਝ ਇਕੱਠਾ ਕੀਤਾ, ਜਦ ਤੂੰ ਆ ਸੂਈ ਨਹੀਂ ਨਾਲ ਲੈ ਕੇ ਜਾ ਸਕਦਾ, ਇਹਨੂੰ ਕੀ ਕਰੇਗਾ? ਦਾਨ ਕਰ, ਗਰੀਬਾਂ ਦਾ ਭਲਾ ਕਰ। ਜਿਹੜੇ ਬੱਚੇ ਭੁੱਖ ਨਾਲ ਮਰਦੇ ਨੇ ਉਹਨਾਂ ਨੂੰ ਖਾਣਾ ਖਵਾ। ਲੁਕਾਈ ਦੇ ਵਿੱਚ ਧਨ ਲਗਾ ਦੇ ਗਰੀਬਾਂ ਦੇ ਭਲੇ 'ਚ, ਸਾਰਾ ਕੁਝ ਤੇਰਾ ਨਾਲ ਜਾਵੇਗਾ। ਜਿੰਨਾ ਤੈਂ ਇਕੱਠਾ ਕੀਤਾ ਇਹ ਇੱਕ ਤਰੀਕਾ ਦੁਨੀ ਚੰਦ, ਤੂੰ ਇੱਥੇ ਦੇ ਉੱਥੇ ਲੈ, ਟਰਾਂਸਫਰ। ਜਿਵੇਂ ਅੱਜ ਦੇ ਯੁੱਗ ਦੇ ਵਿੱਚ ਤੁਸੀਂ ਮਨੀ ਟਰਾਂਸਫਰ ਕਰਨੀ ਹੈ, ਪਦਾਰਥ ਟਰਾਂਸਫਰ ਕਰਨਾ, ਉਹਦੀ ਵਿਧੀ ਆ, ਉਹਦੇ ਤੌਰ ਤਰੀਕੇ ਨੇ। ਤੁਸੀਂ ਉਹਨਾਂ ਤਰੀਕਿਆਂ ਨੂੰ ਫਾਲੋ ਕਰੋ, ਤੁਹਾਡੀ ਵਸਤੂ ਜਿੱਥੇ ਕਹੋ ਪਹੁੰਚ ਜਾਵੇਗੀ। ਜਿਹੜੇ ਅਕਾਊਂਟ 'ਚ ਜਿਹੜੀ ਕਰੰਸੀ ਤਬਦੀਲ ਕਰਨੀ ਹੈ ਉਹ ਤਬਦੀਲ ਹੋ ਕੇ ਪਹੁੰਚ ਜਾਵੇਗੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦੁਨੀ ਚੰਦ ਨੂੰ ਕਿਹਾ, ਇਹ ਸੇਵਾ ਤੂੰ ਇੱਥੇ ਸੇਵਾ ਕਰ ਧਰਤੀ 'ਤੇ, ਪਰਲੋਕ ਦੇ ਵਿੱਚ ਤੇਰਾ ਜਿਹੜਾ ਖਾਤਾ ਦੁਨੀ ਚੰਦ ਖੁੱਲ੍ਹ ਜਾਵੇਗਾ। ਉੱਥੇ ਲਾਚਾਰ ਨਹੀਂ ਹੋਵੇਗਾ ਤੂੰ। ਤੈਨੂੰ ਸੂਈ ਦੇਣ ਦੇ ਲਈ ਇਹੀ ਕਾਰਨ ਸੀ। ਵਾਹਿਗੁਰੂ ਨੇ ਤੇਰੇ 'ਤੇ ਅਪਾਰ ਕਿਰਪਾ ਕੀਤੀ ਹੈ ਕਿ ਤੂੰ 24 ਘੰਟਿਆਂ ਦੇ ਵਿੱਚ ਚਾਨਣ ਪ੍ਰਕਾਸ਼ ਦੇਖ ਲਿਆ। ਸੱਚੇ ਪਾਤਸ਼ਾਹ ਪਰਵਤਗਾਰ ਨੇ, ਨਿਰੰਕਾਰ ਨੇ ਤੇਰੇ ਉੱਤੇ ਮਿਹਰ ਕੀਤੀ ਹੈ ਦੁਨੀ ਚੰਦ। ਕਹਾਣੀ ਕਹਿੰਦੀ ਹੈ ਕਿ ਦੁਨੀ ਚੰਦ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਢਹਿ ਪਿਆ। ਉਸ ਦਿਨ ਤੋਂ ਸੇਠ ਦੁਨੀ ਚੰਦ ਗੁਰੂ ਨਾਨਕ ਸਾਹਿਬ ਦਾ ਸ਼ਰਧਾਲੂ ਅਮਰ ਹੋ ਗਿਆ। ਜਿਹੜੇ ਉਹਨੇ ਕਾਰਜ ਕੀਤੇ ਸੱਚੇ ਪਾਤਸ਼ਾਹ ਨੇ ਤਾਰ ਦਿੱਤਾ। ਦੁਨੀ ਚੰਦ ਦੇ ਮੋਢੇ ਉੱਤੇ ਹੱਥ ਰੱਖ ਕੇ ਸਦਾ ਦੇ ਲਈ ਦੁਨੀ ਚੰਦ ਨੂੰ ਸਦੀਵੀ ਬਣਾ ਦਿੱਤਾ। ਹੁਣ ਤੇਰਾ ਰੁਤਬਾ ਪਹਿਲਾਂ ਵਰਗਾ ਨਹੀਂ ਰਿਹਾ। ਤੂੰ ਹੁਣ ਹਾਰਿਆ ਹੋਇਆ ਨਹੀਂ, ਜਿੱਤ ਗਿਆ। ਬਾਜੀ ਹਾਰ ਕੇ ਜਿੱਤ ਗਿਆ। ਇਹੀ ਉਹਦੀ ਵਡਿਆਈ ਹੈ। ਜਿਹਦੇ ਤੇ ਵੀ ਉਹਨੇ ਮਿਹਰ ਕੀਤੀ, ਉਹਨੇ ਹਾਰੇ ਹੋਏ ਨੂੰ ਜਿਤਾਇਆ, ਹਾਰੇ ਹੋਏ ਨੂੰ ਪਰਮ ਪਦ ਬਖਸ਼ਿਆ, ਵਡਿਆਈ ਦਿੱਤੀ ਹੈ, ਉਹਨੂੰ ਪ੍ਰਾਪਤੀ ਬਖਸ਼ੀ ਹੈ। ਤੇਰਾ ਮਿਸ਼ਨ ਪੂਰਾ ਹੋ ਗਿਆ। ਦਿਆਲੂ ਪ੍ਰਭੂ ਨੇ ਤੈਨੂੰ ਆਪਣਾ ਬਣਾ ਲਿਆ। ਤੇਰੀ ਸੇਵਾ ਰਾਸ ਆ ਗਈ। ਸਾਧ ਸੰਗ ਦੀ ਪ੍ਰਾਪਤੀ ਦੇ ਨਾਲ ਤੈਨੂੰ ਤੇਰਾ ਪਿਆਰਾ ਮਿਲ ਗਿਆ। ਗੁਰੂ ਪਿਆਰਿਓ, ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।